दोहरा सिक्खी पंच प्रकार की, सुन पाउल बख्शीश। सिख सिद्ध की कर जोर कै, तार पग पंकज सीस। वाहिगुरु जी का खालसा, वाहिगुरु जी की फतेह। पतित पावन भगत वत्सल कृपा निधान, अनाथ नाथ जगत गुरु श्री गुरु ग्रंथ साहिब जी महाराज, गरीब नवाज पातशाह दे पावन पवित्र चरण कमलों च इकत्र होई जुड़ बैठे गुरु सबरूप गुरु खालसा साध संगत जीओ, धनता दे पात्र हो। नेता प्रति गुरु चरना च हाजरियां भर के कलगीधर पंथ दे वाले चिट्टियां बाजां वाले शमशेरे बहादुर देग और तेग के धनी सतगुरु श्री गुरु गोबिंद सिंह साहिब जी महाराज जी का पवित्र पावन इतिहास बहुत ही अदब सत्कार और श्रद्धा सहित आप जी सरवण कर रहे हैं। कलगीधर स्वामी जी ने संगत नूं, सिखां नूं, खालसे नूं पंज प्रकार की सिक्खी का ज्ञान बख्शिश किया है। एक धंधे दी है, देखा देखी दी है, हिरस दी है और सिदक दी अते भाव दी। ये पांच प्रकार की सिक्खी महाराज सच्चे पातशाह जी ने दसी है। कल की कथा विच आपां विस्तार साहित इहदे बारे विचार कीती सुनी। कलगीधर जी हुण पाहुल भेद दसन लगे हन। आओ कुछ समय लई सुरतियां बिरतियां एकागर करिए। सतगुरु जी दे पवित्र चरण कमलों का ध्यान अपने हिरदियां विच धारण करदे होया गुरु चरनां विच अपनी हाजरी लवाउंदे आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा सिक्खी पंच प्रकार की, सुन पाउल बख्शीश। सतगुरु जी ने पांच प्रकार की सिक्खी का ज्ञान सिखां नूं बख्शिया और गरीब नवाज पातशाह जी महाराज जी हुण पाहुल की जिहड़ी बख्शिश होई देख के ओदा भेद दसदे हन। सिद्ध की कर जोर कै, तार पग पंकज सीस। सतगुरु जी दे चरण कमलों दे उत्ते सीस रख के नमस्कार करके सिद्धी सिख बड़े प्यार नाल बेनती करके सतगुरु जी नूं पुछदे हन। जो पई बूझत पए सरब कर पंगत। सारे पंगत करके यानी कि सतगुरां दे सन्मुख बैठे ने। जिवें आप जी इस वेले सतगुरु जी दे सन्मुख महाराज जी दे सन्मुख एकत्र हो के बैठे हो, इसे तरह गुरु की संगत महाराज जी दे चरनां विच बैठी हुई है। गुर पातशाहो आप की संगत। संगत विचों कुछ जेड़े मुखी सिख सन उन्हां ने बेनती कीती। कलगीधर जी नूं कहण लगे, हे गुरु पातशाह, असीं आप सारे आप जी दी संगत हाँ,
ਅਸੀਂ ਸਾਰੇ ਆਪ ਜੀ ਦੇ ਚਰਨਾਂ ਦੇ ਸੇਵਕ ਹਾਂ। ਅਬਿਲਾਖਤ ਸਗਰੇ ਮਨ ਜਾਣਨ। ਮਹਾਰਾਜ ਸਾਰੀ ਸੰਗਤ ਦੇ ਮਨ ਵਿੱਚ ਜਾਣਨ ਦੀ ਅਭਿਲਾਖਾ ਹੈ। ਸਿੱਖ ਦੇ ਅੰਦਰ ਜਾਣਨ ਦੀ ਅਭਿਲਾਖਾ ਰਹਿੰਦੀ ਹੈ। ਮਹਾਰਾਜ ਜਿੰਨੀ ਸੰਗਤ ਬੈਠੀ ਹੈ, ਸਾਰੇ ਸਿੱਖ ਬੈਠੇ ਨੇ, ਇਹ ਸਾਰੇ ਜਾਣਨਾ ਚਾਹੁੰਦੇ ਹਨ। ਸ਼ਰਵਨ ਕਰਨ ਕੋ ਤੁਮਰੇ ਆਨਨ। ਇਹ ਸਾਰੇ ਆਪ ਜੀ ਦੇ ਮੁਖਾਰ ਬਿੰਦ ਚੋਂ ਉਚਾਰਨ ਕੀਤੇ ਹੋਏ ਬਚਨ ਸੁਣਨਾ ਚਾਹੁੰਦੇ ਹਨ। ਜਿੰਨੀ ਸੰਗਤ ਬੈਠੀ ਹੈ, ਜਿੰਨੇ ਸਿੱਖ ਬੈਠੇ ਨੇ, ਇਹ ਸਾਰੇ ਆਪ ਜੀ ਦੇ ਮੁਖਾਰ ਬਿੰਦ ਚੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਸੁਣਨਾ ਚਾਹੁੰਦੇ ਹਨ। ਪਾਹੁਲ ਕੇ ਗੁਣ ਭੇਦ ਬਖਾਨੋ। ਮਹਾਰਾਜ ਜੀ ਜੋ ਆਪ ਜੀ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਖੰਡੇ ਦੀ ਪੌਲ ਬਖਸ਼ੀ ਹੈ, ਖੰਡੇ ਦੀ ਪੌਲ ਦੇ ਗੁਣ ਔਰ ਖੰਡੇ ਦੀ ਪੌਲ ਦੇ ਜਿਹੜੇ ਅੰਦਰਲੇ ਰਹੱਸ ਭੇਦ ਹਨ, ਉਹ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ। ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ। ਆਪ ਜੀ ਆਪਣੇ ਮੁਖਾਰ ਬਿੰਦ ਚੋਂ ਚਾਰੋ ਤੇ ਅਸੀਂ ਸੁਣੀਏ। ਜਿਮਰਾਵਰ ਨੇ ਕੀਨ ਮਹਾਨੋ। ਜਿਵੇਂ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਇਹ ਮਹਾਨ ਪਰਉਪਕਾਰ ਆਪਣੇ ਸਿੱਖਾਂ ਤੇ ਕੀਤਾ ਹੈ, ਖੰਡੇ ਦੀ ਪੌਲ ਬਖਸ਼ਿਸ਼ ਕਰਕੇ। ਔਰ ਇਹ ਸਰਵੋਤਮ ਦਾਤ ਆਪ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਭਾਵ ਸਹਿਤ ਕਲਗੀ ਧਰ ਸੁਨਿਓ। ਜਦੋਂ ਸਿੱਖਾਂ ਨੇ ਮਹਾਰਾਜ ਜੀ ਨੂੰ ਇਸ ਤਰੀਕੇ ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਵਨਾ ਸਹਿਤ ਬੇਨਤੀ ਸਿੱਖਾਂ ਦੀ ਸੁਣੀ। ਕਰ ਬਖਿਆਤ ਭੇਦ ਸਭ ਭਨਿਓ। ਸਤਿਗੁਰੂ ਜੀ ਨੇ ਉਸ ਵਕਤ ਫਿਰ ਸਾਰਾ ਭੇਦ ਜੋ ਅੰਦਰ ਦੀ ਗੋਝ ਬਾਤ ਸੀ, ਉਹ ਆਪਣੇ ਸਿੱਖਾਂ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਦੱਸੀ ਹੈ। ਮੰਤਰ ਸੁਜੰਤਰ ਤੰਤਰ ਏਉ ਤੀਨ। ਕਹਿਣ ਲੱਗੇ ਗੁਰਸਿੱਖੋ, ਆਮ ਕਰਕੇ ਭਾਰਤ ਖੰਡ ਦੀ ਭੂਮੀ ਦੇ ਉੱਤੇ ਜਿਹੜਾ ਤੰਤਰ ਸ਼ਾਸਤਰ ਹੈ, ਉਹਦੇ ਵਿੱਚ 3 ਪ੍ਰਕਾਰ ਦੇ ਮੰਤਰ ਜੰਤਰ ਤੰਤਰ ਕਹੇ ਜਾਂਦੇ ਹਨ। ਇੱਕ ਮੰਤਰ ਹੁੰਦਾ ਹੈ, ਮੰਤਰ ਉਹ ਹੁੰਦਾ ਜਿਹੜਾ ਬੋਲ ਕੇ ਉਚਾਰਿਆ ਜਾਵੇ। ਇਸੇ ਤਰ੍ਹਾਂ ਦੂਸਰਾ ਜੰਤਰ ਹੁੰਦਾ ਜਿਹੜਾ ਬਣਾ ਕੇ ਦਿੱਤਾ ਜਾਵੇ ਕਿਸੇ ਪ੍ਰਕਾਰ ਦਾ। ਤੋ ਤੰਤਰ ਵਗੈਰਾ ਹੁੰਦਾ, ਜਿਵੇਂ ਕੋਈ ਰੱਖ ਵਗੈਰਾ ਬਣਾ ਕੇ ਕਈ ਆਪਣੇ ਗਲਾਂ 'ਚ ਪਾ ਲੈਂਦੇ ਹਨ। ਇਹ 3 ਤਰ੍ਹਾਂ ਦੇ ਦੱਸੇ ਜਾਂਦੇ ਨੇ। ਇੱਕ ਮੰਤਰ ਹੈ, ਇੱਕ ਜੰਤਰ ਹੈ ਔਰ ਇੱਕ ਤੰਤਰ ਹੈ। ਕਾਰਜ ਕੇ ਸਿੱਧ ਕਰਤਾ ਚੀਨ। ਜਿਹੜੇ ਦੁਨਿਆਵੀ ਲੋਕ ਇਹਨਾਂ ਮੰਤਰਾਂ ਤੰਤਰਾਂ ਜੰਤਰਾਂ ਤੇ ਭਰੋਸਾ ਰੱਖਦੇ ਨੇ, ਉਹ ਕਹਿੰਦੇ ਆ ਕਿ ਜਦੋਂ ਇਹਨਾਂ ਮੰਤਰਾਂ ਜੰਤਰਾਂ ਤੰਤਰਾਂ ਦੀ ਅਸੀਂ ਵਰਤੋਂ ਕਰਦੇ ਹਾਂ ਤਾਂ ਸਾਡੇ ਕਾਰਜ ਸਿੱਧ ਹੁੰਦੇ ਨੇ। ਦੱਸਿਆ ਜਾਂਦਾ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਿਆਣੇ ਬਾਬੇ ਨੇ ਕਿ ਆਹ ਮੰਤਰ ਪੜੋਗੇ ਤੁਹਾਡਾ ਇਹ ਕਾਰਜ ਸਿੱਧ ਹੋਵੇਗਾ, ਇਹ ਜੰਤਰ ਤੁਸੀਂ ਆਪਣੀ ਦੁਕਾਨ ਤੇ ਜਾ ਕੇ ਲਾ ਦਿਓ, ਤੁਹਾਡੀ ਦੁਕਾਨ ਬੜੀ ਚੱਲੇਗੀ। ਤੁਸੀਂ ਅਕਸਰ ਬਹੁਤ ਸਾਰੀਆਂ ਦੁਕਾਨਾਂ ਵਿੱਚ ਵੇਖੇ ਹੋਣੇ ਨੂੰ ਕਈ ਤਰ੍ਹਾਂ ਦੇ ਜੰਤਰ ਜੇ ਬਣਾ ਕੇ ਉਹਨਾਂ ਆਪਣੀਆਂ ਦੁਕਾਨਾਂ ਤੇ ਲਾਏ ਹੁੰਦੇ ਨੇ, ਕਿਸੇ ਨੇ ਦਰਵਾਜ਼ੇ ਤੇ ਲਾਇਆ ਹੁੰਦਾ ਹੈ। ਤੋ ਇਸ ਤਰ੍ਹਾਂ ਉਹਨਾਂ ਨੂੰ ਇਹ ਭਰਮ ਪਾਇਆ ਜਾਂਦਾ ਹੈ ਕਿ ਤੁਸੀਂ ਜਦੋਂ ਇਹ ਮੰਤਰ ਪੜੋਗੇ ਜਾਂ ਇਸ ਜੰਤਰ ਨੂੰ ਵਰਤੋਗੇ ਜਾਂ ਇਸ ਤੰਤਰ ਦੀ ਵਰਤੋਂ ਕਰੋਗੇ, ਤੁਹਾਡੇ ਕਾਰਜ ਸਿੱਧ ਹੋਣਗੇ, ਤੁਹਾਡੇ ਕਾਰਜ ਸਫਲ ਹੋਣਗੇ। ਤੇ ਉਹ ਇਹ ਮੰਤਰਾਂ ਜੰਤਰਾਂ ਤੰਤਰਾਂ ਤੇ ਯਕੀਨ ਵੀ ਰੱਖਦੇ ਨੇ ਤੇ ਉਹਨਾਂ ਤੇ ਯਕੀਨ ਕਰਦਿਆਂ ਹੋਇਆਂ ਆਪਣੇ ਕਾਰਜ ਸਿੱਧ ਕਰਦੇ ਹਨ। ਸਤਨਾਮ ਮੰਤਰਨ ਸਿਰ ਮੋਰ। ਖਾਲਸਾ ਜੀ, ਪਰ ਮੈਂ ਜੋ ਆਪਣੇ ਸਿੱਖਾਂ ਨੂੰ ਮੰਤਰ ਬਖਸ਼ਿਸ਼ ਕੀਤਾ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਦੁਨੀਆ ਦੇ ਜਿਤਨੇ ਵੀ ਮੰਤਰ ਨੇ, ਉਹਨਾਂ ਸਾਰਿਆਂ ਮੰਤਰਾਂ ਚੋਂ ਸਿਰਮੌਰ ਮੰਤਰ ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ। ਜਪ ਹਉ ਮੈਂ ਖੋਈ। ਇਹ ਵਾਹਿਗੁਰੂ ਸ਼ਬਦ ਜਿਹੜਾ ਮਹਾਰਾਜ ਜੀ ਕਹਿੰਦੇ ਆ, ਜੋ ਮੰਤਰ ਮੈਂ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ। ਕਈ ਮਹਾਂਪੁਰਸ਼ ਸਤਨਾਮ ਦਾ ਅਰਥ ਮੂਲ ਮੰਤਰ ਵੀ ਕਰਦੇ ਹਨ ਕਿ ਜੋ ਅਸੀਂ ਆਪ ਜੀ ਨੂੰ ਜਗਤ ਗੁਰੂ ਬਾਬਾ ਜੀ ਨੇ ਮੂਲ ਮੰਤਰ ਬਖਸ਼ਿਸ਼ ਕੀਤਾ ਹੈ, ਇਹ ਦੁਨੀਆ ਦੇ ਜਿਤਨੇ ਵੀ ਮੰਤਰ ਨੇ ਸਾਰੇ ਮੰਤਰਾਂ ਚੋਂ ਸਿਰਮੌਰ ਹੈ। ਮੂਲ ਮੰਤਰ ਦੇ ਅਭਿਆਸੀ ਸਿੱਖ
ਇਸ ਤਰ੍ਹਾਂ ਦੱਸਦੇ ਨੇ ਕਿ ਜਿਹੜੇ ਮੂਲ ਮੰਤਰ ਦਾ ਅਭਿਆਸ ਕਰਨ ਵਾਲੇ ਗੁਰਸਿੱਖ ਨੇ ਉਹਨਾਂ ਤੇ ਦੁਨੀਆ ਦਾ ਕਿਸੇ ਪ੍ਰਕਾਰ ਦਾ ਕੋਈ ਮੰਤਰ ਜੰਤਰ ਤੰਤਰ ਕੰਮ ਨਹੀਂ ਕਰਦਾ। ਗੁਰਦੇਵ ਦੇ ਬਚਨ ਨੇ ਤੰਤ ਮੰਤ ਨਾ ਜੋ ਹਈ ਤਿਤ ਚਾਖ ਨਾ ਲੱਗੈ। ਜਿਹੜੇ ਸਤਿਗੁਰੂ ਜੀ ਦੇ ਇਸ ਪਵਿੱਤਰ ਗੁਰ ਮੰਤਰ ਦਾ ਗੁਰ ਸ਼ਬਦ ਦਾ ਅਭਿਆਸ ਕਰਦੇ ਨੇ ਉਹਨਾਂ ਤੇ ਦੁਨੀਆ ਦੇ ਕਿਸੇ ਤੰਤਰ ਮੰਤਰ ਦਾ ਜ਼ੋਰ ਨਹੀਂ ਚੱਲਦਾ। ਉਹਨਾਂ ਨੂੰ ਨਾ ਕਿਸੇ ਦੀ ਭੈੜੀ ਨਜ਼ਰ ਲੱਗਦੀ ਹੈ ਤਿਤ ਚਾਖ ਨਾ ਲੱਗੈ। ਚਾਖ ਦਾ ਮਤਲਬ ਹੁੰਦਾ ਬੁਰੀ ਨਜ਼ਰ। ਤੋ ਇਸ ਪ੍ਰਕਾਰ ਨਾਲ ਮੂਲ ਮੰਤਰ ਦੁਨੀਆ ਦੇ ਸਾਰੇ ਮੰਤਰਾਂ ਚੋਂ ਸ਼੍ਰੋਮਣੀ ਮੰਤਰ ਹੈ, ਸਿਰਮੌਰ ਮੰਤਰ ਹੈ। ਮੂਲ ਮੰਤਰ ਦੇ ਅਭਿਆਸ ਕਰਨ ਵਾਲੇ ਅਭਿਆਸੀ ਬਹੁਤ ਸਾਰੇ ਗੁਰਸਿੱਖਾਂ ਦੇ ਜਿਹੜੇ ਉਹਨਾਂ ਦੇ ਵਿਖਿਆਨ ਨੇ ਜਾਂ ਉਹਨਾਂ ਦੀਆਂ ਕੁਝ ਸਾਖੀਆਂ ਨੇ ਉਹ ਅਕਸਰ ਕਈ ਮਹਾਂਪੁਰਸ਼ ਮਹਾਤਮਾ ਸੁਣਾਉਂਦੇ ਹਨ, ਸਾਨੂੰ ਸੁਣਨ ਦੇ ਵਿੱਚ ਅਕਸਰ ਮਿਲਦੀਆਂ ਰਹਿੰਦੀਆਂ ਹਨ। ਪਾਕਿਸਤਾਨ ਦਾ ਰਾਸ਼ਟਰਪਤੀ ਖੁਦ ਜੋ ਮੁਸਲਮਾਨ ਹੋਣ ਦੇ ਬਾਵਜੂਦ ਇਸ ਪਵਿੱਤਰ ਮੂਲ ਮੰਤਰ ਦੀ ਬਾਣੀ ਦਾ ਅਭਿਆਸ ਕਰਦਾ ਰਿਹਾ ਹੈ। ਉਹ ਕਹਿੰਦਾ ਇਸ ਪਾਵਨ ਮੂਲ ਮੰਤਰ ਦੇ ਅਭਿਆਸ ਦੁਆਰਾ ਹਿਰਦੇ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹ ਮੰਤਰ ਮੇਰੀ ਹਰ ਜਗ੍ਹਾ ਤੇ ਰੱਖਿਆ ਕਰ ਰਿਹਾ ਹੈ। ਸੋ ਕਹਿਣ ਤੋਂ ਭਾਵ ਦੁਨੀਆ ਦੇ ਜਿੰਨੇ ਵੀ ਮੰਤਰ ਨੇ ਉਹਨਾਂ ਸਾਰੇ ਮੰਤਰਾਂ ਵਿੱਚੋਂ ਸਿਰਮੌਰ ਮੰਤਰ ਇਹ ਪਵਿੱਤਰ ਮੰਤਰ ਮੂਲ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ। ਜਿਸਕੇ ਸਮ ਜਗ ਮੈਨੇ ਔਰ ਇਸ ਮੰਤਰ ਦੇ ਤੁਲ ਦੁਨੀਆ 'ਚ ਕੋਈ ਮੰਤਰ ਨਹੀਂ। ਇਹ ਮੰਤਰ ਸਭ ਤੋਂ ਸ਼੍ਰੋਮਣੀ ਹੈ। ਇਸ ਮੰਤਰ ਦੇ ਬਰਾਬਰ, ਇਸ ਮੰਤਰ ਦੇ ਤੁਲ ਸੰਸਾਰ ਦੇ ਵਿੱਚ ਕੋਈ ਦੂਜਾ ਮੰਤਰ ਨਹੀਂ। ਇਹ ਗੁਰਸਿੱਖ ਸਮਝ ਲਵੇ, ਕਿਤੇ ਭੁਲੇਖੇ 'ਚ ਨਾ ਪਿਆ ਰਵੇ। ਪੰਡਤਾਂ ਬਾਹਮਣਾਂ ਕੋਲ ਟੁਰਿਆ ਫਿਰੇ, ਪੰਡਤ ਜੀ ਮੈਨੂੰ ਕੋਈ ਮੰਤਰ ਦੱਸੋ, ਮੈਂ ਫਲਾਣਾ ਕੰਮ ਕਰਨਾ, ਕਿਵੇਂ ਕਰਾਂ? ਤੇ ਪੰਡਤਾਂ ਕੋਲੋਂ ਜਾ ਕੇ ਮੰਤਰ ਸੁਣਦਾ ਫਿਰੇ, ਪੁੱਛਦਾ ਫਿਰੇ। ਗੁਰਸਿੱਖ ਵਾਸਤੇ ਸਭ ਤੋਂ ਸ਼੍ਰੋਮਣੀ ਮੰਤਰ ਮੂਲ ਮੰਤਰ ਗੁਰ ਮੰਤਰ ਹੈ। ਇਹਦੇ ਤੋਂ ਉੱਤਮ ਮੰਤਰ ਕੋਈ ਹੈ ਹੀ ਨਹੀਂ ਸੰਸਾਰ ਦੇ ਵਿੱਚ, ਵਿਸ਼ਵ ਦੇ ਵਿੱਚ। ਇਹ ਸਿੱਖ ਆਪਣੇ ਹਿਰਦੇ ਵਿੱਚ ਜਾਣ ਲਵੇ। ਵਾਹਿਗੁਰੂ ਏਓ ਮੰਤਰ ਮਹਾਨਾ। ਇਹ ਵਾਹਿਗੁਰੂ ਮੰਤਰ ਦੁਨੀਆ ਦੇ ਸਾਰੇ ਮੰਤਰਾਂ ਚੋਂ ਮਹਾਨ ਮੰਤਰ ਹੈ। ਦੁਨੀਆ ਦੇ ਜਿੰਨੇ ਮੰਤਰ ਨੇ ਸਭ ਤੋਂ ਸ਼੍ਰੋਮਣੀ ਮੰਤਰ ਸਰਵੋਤਮ ਮੰਤਰ ਵਾਹਿਗੁਰੂ ਗੁਰ ਮੰਤਰ ਹੈ। ਚਤੁਰ ਵਰਨ ਕੋ ਜੋੜਨ ਠਾਨਾ। ਚਾਰ ਅੱਖਰਾਂ ਨੂੰ ਜੋੜ ਕੇ ਇਸ ਮੰਤਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਣਾਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੇ ਅੰਦਰ ਵਾਹਿਗੁਰੂ ਗੁਰ ਮੰਤਰ ਦੀ ਵਿਆਖਿਆ ਕੀਤੀ ਹੈ ਕਿ ਚਾਰ ਮੰਤਰਾਂ ਨੂੰ ਜੋੜ ਕੇ ਜਾਂ ਚਾਰ ਮੰਤਰਾਂ ਦਾ ਇੱਕ ਇੱਕ ਅੱਖਰ ਲੈਂਦਿਆਂ ਹੋਇਆਂ ਇਸ ਚਾਰ ਅੱਖਰਾਂ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ, ਜਿਹੜਾ ਪਹਿਲਾਂ ਗੁਪਤ ਸੀ। ਗੁਪਤ ਨਾਮ ਪ੍ਰਗਾਜਾ। ਇਸ ਗੁਪਤ ਅੰਮ੍ਰਿਤ ਨਾਮ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਹੈ। ਇਸ ਕਰਕੇ ਗੁਰਮੁਖੋ ਦੁਨੀਆ ਦੇ ਜਿੰਨੇ ਮੰਤਰ ਨੇ ਉਹਨਾਂ ਚੋਂ ਸ਼੍ਰੋਮਣੀ ਮੰਤਰ ਹੈ। ਚਾਰ ਅੱਖਰਾਂ ਦਾ ਸੁਮੇਲ ਕਰਕੇ ਸਤਿਗੁਰੂ ਜੀ ਨੇ ਇਸ ਮੰਤਰ ਨੂੰ ਬਣਾਇਆ ਹੈ। ਲੋਹ ਸ਼ਸਤਰ ਅਰ ਜਲ ਮਿਸ਼ਟਾਨਾ। ਫਿਰ ਪੁੱਛਿਆ ਸਿੱਖਾਂ ਨੇ, ਮਹਾਰਾਜ ਫਿਰ ਸਿੱਖਾਂ ਦਾ ਮੰਤਰ ਤਾਂ ਚਲੋ ਇਹ ਗੁਰਬਾਣੀ ਹੋ ਗਈ, ਸਾਰੀ ਗੁਰਬਾਣੀ ਮੂਲ ਮੰਤਰ ਵਾਹਿਗੁਰੂ ਇਹ ਸਾਡਾ ਮੰਤਰ ਹੈ। ਮਹਾਰਾਜ ਸਾਡਾ ਜੰਤਰ ਕਿਹੜਾ? ਕਲਗੀਧਰ ਪਾਤਸ਼ਾਹ ਕਹਿੰਦੇ ਸੁਣੋ ਭਾਈ, ਜਦੋਂ ਖੰਡੇ ਦੀ ਪੌਲ ਤਿਆਰ ਕੀਤੀ ਜਾਂਦੀ ਹੈ, ਸਰਬ ਲੋਹ ਦਾ ਬਾਟਾ ਰੱਖਿਆ ਜਾਂਦਾ ਹੈ, ਉਹਦੇ 'ਚ ਜਲ ਪਾਇਆ ਜਾਂਦਾ ਹੈ, ਪਤਾਸੇ ਪਾਏ ਜਾਂਦੇ ਨੇ, ਖੰਡਾ ਫੇਰਿਆ ਜਾਂਦਾ ਹੈ। ਇਹੀ ਤੰਤਰ ਕਰਤਾ ਸਵਧਾਨਾ। ਇਹ ਸਮਝ ਲਓ ਵੀ ਇਹ ਜੰਤਰ ਵੀ ਹੈ ਤੇ ਤੰਤਰ ਵੀ ਹੈ। ਖੰਡੇ ਦੀ ਪੌਲ, ਇਹਦੇ ਤੋਂ ਇਲਾਵਾ ਸਾਨੂੰ ਨਾ ਕਿਸੇ ਹੋਰ ਜੰਤਰ ਦੀ ਲੋੜ ਹੈ ਤੇ ਨਾ ਕਿਸੇ ਹੋਰ ਤੰਤਰ ਦੀ ਲੋੜ ਹੈ। ਜਿਹਦੇ ਗਾਤਰੇ ਵਿੱਚ ਸ਼੍ਰੀ ਸਾਹਿਬ ਪੈ ਗਈ, 5 ਕੱਕਿਆਂ ਦਾ ਧਾਰਨੀ ਹੋ ਗਿਆ, ਉਹਨੂੰ ਫਿਰ ਨਾ ਕਿਸੇ ਜੰਤਰ ਦੀ ਜ਼ਰੂਰਤ ਰਹਿ ਜਾਂਦੀ ਹੈ ਨਾ ਕਿਸੇ ਤੰਤਰ ਦੀ। ਗੁਰਸਿੱਖ ਵਾਸਤੇ ਤਾਂ ਖੰਡੇ ਦੀ ਪੌਲ ਹੀ ਜੰਤਰ ਹੈ, ਇਹੀ ਤੰਤਰ ਹੈ, ਇਹ ਜਾਣ ਲਓ। ਦਈ ਵਸਤ ਏਓ ਦੇਵਨ ਲਿਆਏ। ਪਾਤਸ਼ਾਹ ਕਹਿੰਦੇ ਬੜੀਆਂ ਸਰਵੋਤਮ ਵਸਤੂਆਂ ਨੇ,
ਇਹ ਧੁਰ ਦਰਗਾਹ ਤੋਂ ਆਈਆਂ ਵਸਤੂਆਂ ਜਿਹੜੀਆਂ ਨੇ ਖਾਲਸਾ ਜੀ ਅਸੀਂ ਆਪ ਜੀ ਨੂੰ ਬਖਸ਼ਿਸ਼ ਕੀਤੀਆਂ ਹਨ। ਤਿਨ ਕੇ ਨਾਮ ਸੁਨੋ ਚਿਤ ਲਾਏ। ਧਿਆਨ ਨਾਲ ਸੁਣੋ ਕਿਵੇਂ ਹੈ। ਬਰਨ ਆਪਣੇ ਕਰ ਜਲ ਆਨਾ। ਕਹਿੰਦੇ ਜਲ ਖੁਦ ਦੇਵ ਲੈ ਕੇ ਆਇਆ। ਇੰਦਰ ਮਹਾਬਲ ਲਿਏ ਮਿਸ਼ਟਾਨਾ। ਅਕਾਲ ਪੁਰਖ ਦੇ ਹੁਕਮ ਨਾਲ ਕਿ ਜਦੋਂ ਅਸੀਂ ਖਾਲਸਾ ਸਾਜਣਾ ਸੀ, ਨਿਰੰਕਾਰ ਪਰਮੇਸ਼ਰ ਦੇ ਹੁਕਮ ਨਾਲ ਜਿਹੜਾ ਇੰਦਰ ਹੈ ਰਾਜਾ ਕਿਹਾ ਜਾਂਦਾ, ਉਹ ਆਪ ਖੁਦ ਹਾਜ਼ਰ ਹੋਇਆ ਚਰਨਾਂ ਵਿੱਚ ਪੰਥ ਦੇ ਮਿਸ਼ਟਾਨ ਲੈ ਕੇ। ਲੋਹਾ ਦੀਨ ਆਨ ਜਮ ਰਾਜਾ। ਔਰ ਜਿਹੜਾ ਸਰਬ ਲੋਹ ਹੈ ਵੀ ਅਕਾਲ ਪੁਰਖ ਜੀ ਨੇ, ਵਾਹਿਗੁਰੂ ਪਰਮੇਸ਼ਰ ਜੀ ਨੇ ਭੇਜਿਆ ਹੈ। ਇਹ ਸਰਬ ਲੋਹ ਅਕਾਲ ਪੁਰਖ ਪਰਮੇਸ਼ਰ ਦਾ ਹੀ ਸਰੂਪ ਕਹਿ ਸਕਦੇ ਹਾਂ। ਮਹਾਰਾਜ ਜੀ ਨੇ ਪਰਮੇਸ਼ਰ ਨੂੰ ਸਰਬ ਲੋਹ ਰੂਪ ਵਰਣਨ ਕੀਤਾ ਹੈ। ਜਦੋਂ ਪਾਤਸ਼ਾਹ ਜੀ ਅਕਾਲ ਉਸਤਤ ਸਾਹਿਬ ਦੀ ਬਾਣੀ ਦੀ ਰਚਨਾ ਕਰਦੇ ਤਾਂ ਕਹਿੰਦੇ ਸਰਬ ਲੋਹ ਕੀ ਰੱਛਾ ਹਮਨੈ, ਸਰਬ ਲੋਹ ਜੀ ਕੀ ਸਦਾ ਰੱਛਿਆ ਹਮਨੈ, ਆਗਾ ਲਿਖਾਰੀ ਕੇ ਦਾਸਤ ਖਾਤ। ਫਿਰ ਬਾਣੀ ਸ਼ੁਰੂ ਹੁੰਦੀ ਆ ਪਰਣਵੋ ਆਦ ਏਕੰਕਾਰ ਜਲ ਥਲ ਮਈਲ ਕੀਓ ਪਸਾਰ। ਸਰਬ ਲੋਹ ਕੀ ਸਦਾ ਰੱਛਿਆ ਹਮਨੈ, ਸਰਬ ਲੋਹ ਅਕਾਲ ਪੁਰਖ ਪਰਮੇਸ਼ਰ ਨੂੰ ਕਿਹਾ। ਇਸੇ ਕਰਕੇ ਗੁਰਦੇਵ ਨੇ ਇੱਕ ਗ੍ਰੰਥ ਦੀ ਰਚਨਾ ਕੀਤੀ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਉਸ ਪਵਿੱਤਰ ਗ੍ਰੰਥ ਦਾ ਨਾਮ ਵੀ ਸਰਬਲੋਹ ਗ੍ਰੰਥ ਹੈ। ਇਸੇ ਕਰਕੇ ਖਾਲਸਾ ਸਰਬਲੋਹ ਨਾਲ ਪ੍ਰੇਮ ਰੱਖਦਾ ਹੈ। ਬਾਟਾ ਸਰਬਲੋਹ ਦਾ ਤਿਆਰ ਕੀਤਾ ਖਾਲਸੇ ਨੇ। ਕਹਿੰਦੇ ਵੀ ਅਕਾਲ ਪੁਰਖ ਦਾ ਭੇਜਿਆ ਆਇਆ ਸਰਬਲੋਹ ਦਾ ਬਾਟਾ, ਜਿਹਦੇ ਵਿੱਚ ਅੰਮ੍ਰਿਤ ਤਿਆਰ ਕੀਤਾ, ਖੰਡੇ ਦੀ ਪੌਲ ਤਿਆਰ ਕੀਤੀ। ਇਹ ਖੁਦ ਦੇਵ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਨੇ ਭੇਜੀਆਂ ਨੇ ਸਾਰੀਆਂ ਨਿਆਮਤਾਂ। ਅਕਸਰ ਕਈ ਕਹਿ ਦਿੰਦੇ ਆ ਜੀ ਉਦੋਂ ਉਹਨਾਂ ਵੇਲਿਆਂ ਵਿੱਚ ਗੁਰੂ ਸਾਹਿਬ ਦੇ ਕੋਲ ਇੰਨੀ ਮਾਇਆ ਨਹੀਂ ਸੀ। ਜੇ ਬਹੁਤ ਸਾਰੀ ਮਾਇਆ ਦੇ ਖਜ਼ਾਨੇ ਹੁੰਦੇ ਤੇ ਗੁਰੂ ਪਾਤਸ਼ਾਹ ਜੀ ਨੇ ਸਰਬਲੋਹ ਦੇ ਬਾਟੇ ਦੀ ਬਜਾਏ ਸੋਨੇ ਦੇ ਬਾਟੇ 'ਚ ਅੰਮ੍ਰਿਤ ਸੰਚਾਰ ਕਰਨਾ ਸੀ। ਵੀ ਸੋਨੇ ਦੇ ਬਾਟੇ 'ਚ ਅੰਮ੍ਰਿਤ ਤਿਆਰ ਕਰਨਾ ਸੀ। ਖਾਲਸਾ ਜੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇੰਨੀ ਮਾਇਆ ਸੀ, 60 ਲੱਖ ਰੁਪਈਆ ਤਾਂ ਨਗਦ ਮਹਾਰਾਜ ਜੀ ਨੇ ਸਤਲੁਜ ਦਰਿਆ 'ਚ ਹੀ ਰੋੜ ਦਿੱਤਾ ਸੀ। ਉਹਨਾਂ ਕੋਲ ਕੋਈ ਕਮੀ ਸੀ ਭਲਾ? ਪਰ ਪਾਤਸ਼ਾਹ ਜੀ ਨੇ ਸਰਬਲੋਹ ਦੀ ਦਾਤ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤੀ ਹੈ, ਕਿਉਂਕਿ ਸਰਬਲੋਹ ਦੇ ਸ਼ਸਤਰ ਬਣਦੇ ਨੇ। ਸਰਬਲੋਹ ਦੇ ਹੀ ਹੱਥ ਵਿੱਚ ਕੜਾ ਗੁਰਸਿੱਖ ਨੇ ਧਾਰਨ ਕਰਨਾ ਹੈ। ਤੋ ਸਰਬਲੋਹ ਨਾਲ ਗੁਰੂ ਖਾਲਸੇ ਦਾ ਪ੍ਰੇਮ ਪਾਇਆ। ਇੱਕ ਵਿਦਵਾਨ ਕਵੀ ਮਹਾਰਾਜ ਜੀ ਦੇ ਸਮਕਾਲੀ ਨੇ ਬੜਾ ਸੁੰਦਰ ਲਿਖਿਆ ਹੈ। ਉਹ ਕਹਿੰਦਾ ਹੈ ਸਰਬ ਲੋਹ ਕੇ ਪਿਆਰੇ ਅਰਬ ਖਰਬ ਕੋ ਨਾ ਨੈਕ ਰੀਝੈ। ਸਰਬ ਲੋਹ ਕੇ ਪਿਆਰੇ ਅਰਬ ਖਰਬ ਕੋ ਨਾ ਨੈਕ ਰੀਝੈ। ਇਹ ਜਿਹੜਾ ਖਾਲਸਾ ਹੈ, ਸਿੰਘ ਨੇ ਨਿਹੰਗ ਸਿੰਘ ਜਿਹੜੀ ਮਹਾਰਾਜ ਜੀ ਦੀ ਫੌਜ ਸਾਜੀ ਹੋਈ ਹੈ, ਇਹ ਸਰਬ ਲੋਹ ਨਾਲ ਪ੍ਰੇਮ ਰੱਖਦੇ ਨੇ। ਇੱਕ ਪਾਸੇ ਸਰਬਲੋਹ ਦੇ ਸ਼ਸਤਰ ਬਾਟੇ ਹੋਣ ਤੇ ਦੂਜੇ ਪਾਸੇ ਕਹਿੰਦੇ ਅਰਬ ਖਰਬ ਰੁਪਈਆ ਹੋਵੇ। ਇਹ ਸਰਬਲੋਹ ਨਾਲ ਪਿਆਰ ਕਰਦੇ ਆ, ਅਰਬਾਂ ਖਰਬਾਂ ਰੁਪਿਆ ਨਾਲ ਨਹੀਂ ਰੀਝਦੇ। ਸਰਬਲੋਹ ਦਾ ਕੋਈ ਵਧੀਆ ਜਿਹਾ ਬਾਟਾ, ਕੋਈ ਸਰਬਲੋਹ ਦੀ ਬਣੀ ਵਧੀਆ ਤਲਵਾਰ ਭੇਟ ਕਰ ਦਿਓ ਤੇ ਖੁਸ਼ ਹੋ ਜਾਂਦੇ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਰਬਲੋਹ ਦਾ ਬਾਟਾ ਵੀ ਤੁਸੀਂ ਇਹ ਜਾਣੋ ਵੀ ਧੁਰ ਦਰਗਾਹ ਤੋਂ ਹੀ ਆਇਆ ਹੈ। ਮਿਲੇ ਦੇਵ ਪਾਹੁਲ ਕੇ ਕਾਜ। ਇਹ ਸਾਰੀਆਂ ਗੁਪਤ ਸ਼ਕਤੀਆਂ ਪਰਮੇਸ਼ਰ ਦੀਆਂ ਪਾਹੁਲ ਤਿਆਰ ਕਰਨ ਵੇਲੇ ਹਾਜ਼ਰ ਹੋਈਆਂ। ਜਲ ਤੇ ਸ਼ਾਂਤ ਅਵਧ ਸਿੱਖ ਪਾਏ। ਜਿਹੜਾ ਇਹਦੇ 'ਚ ਜਲ ਪਾਇਆ ਨਾ ਖੰਡੇ ਦੀ ਪੌਲ ਵਿੱਚ, ਜਲ ਦਾ ਸੁਭਾਅ ਹੁੰਦਾ ਸ਼ਾਂਤ ਠੰਡਾ ਸ਼ੀਤਲ, ਜਿਹੜਾ ਅਸਲੀ ਮੂਲ ਸੁਭਾਅ ਹੈ ਜਲ ਦਾ। ਕਹਿੰਦੇ ਜਲ ਜਿਹੜਾ ਪਾਇਆ ਖੰਡੇ ਦੀ ਪੌਲ ਵਿੱਚ, ਇਹ ਸੰਕੇਤ ਦਿੰਦਾ ਹੈ ਕਿ ਗੁਰਸਿੱਖ ਜਲ ਵਾਂਗੂ ਸ਼ਾਂਤ ਰਹਿੰਦਾ ਹਿਰਦੇ 'ਚ। ਜੇ ਤਲਵਾਰ ਪਕੜ ਕੇ ਜੰਗ ਦੇ ਮੈਦਾਨ 'ਚ ਜੂਝਦਾ ਵੀ ਹੋਵੇ, ਸਰੀਰੀ ਪ੍ਰਕਿਰਿਆ ਕਰਕੇ ਜੂਝ ਰਿਹਾ ਪਰ ਹਿਰਦੇ ਕਰਕੇ ਫਿਰ ਵੀ ਸ਼ਾਂਤ ਹੈ। ਹਿਰਦਾ ਸ਼ਾਂਤ ਨਹੀਂ ਹੁੰਦਾ ਉਹਦਾ, ਕਿਉਂਕਿ ਜੇ ਹਿਰਦਾ ਵੀ ਕ੍ਰੋਧਿਤ ਹੋ ਜਾਏ ਤੇ ਫਿਰ ਉਸ ਵਕਤ ਗੁਰੂ ਖਾਲਸਾ ਜੀ ਸੋਝੀ ਨਹੀਂ। ਜਿੱਥੇ ਕ੍ਰੋਧ ਆਵੇ ਉੱਥੇ ਸੋਝੀ ਕੰਮ ਨਹੀਂ ਕਰਦੀ। ਸਾਡੇ ਸੀਸ ਤੇ ਜਿਹੜੀ ਸਜੀ ਹੋਈ ਨੀਲੀ ਦਸਤਾਰ ਹੈ ਨਾ, ਇਹ ਸ਼ਾਂਤੀ ਦਾ ਪ੍ਰਤੀਕ ਹੈ, ਸ਼ਾਂਤ ਰਸ ਦਾ ਪ੍ਰਤੀਕ ਹੈ ਨੀਲੀ ਦਸਤਾਰ। ਤੋ ਆਕਾਸ਼ ਵਾਂਗੂ ਜਿਵੇਂ ਆਕਾਸ਼ ਸ਼ਾਂਤ ਹੈ ਨਾ, ਏਦਾਂ
ਗੁਰਸਿੱਖ ਦੀ ਜਿਹੜੀ ਸੁਰਤ ਹੈ, ਦਿਮਾਗ ਹੈ, ਉਹ ਸ਼ਾਂਤ ਅਰੰਗ ਵਿੱਚ ਰਹਿੰਦਾ। ਜੇ ਵੀਰ ਅਸੀਂ ਬਾਹਰੀ ਸਰੀਰ ਦੀ ਕਿਰਿਆ ਕਰਕੇ ਆਵੇ ਪਰ ਹਿਰਦੇ ਵਿੱਚ ਉਹ ਜਲ ਵਾਂਗੂ ਸ਼ਾਂਤ ਹੈ। ਮਿਸ਼ਟਾਨੇ ਤੇ ਭੋਗ ਨ ਚਾਹੇ। ਇਹਦੇ ਵਿੱਚ ਜਿਹੜਾ ਮਿਸ਼ਟਾਨ ਪਾਇਆ ਨਾ, ਪਤਾਸੇ ਪਾਏ ਨੇ, ਇਹ ਪਤਾਸੇ ਸੰਕੇਤ ਦਿੰਦੇ ਨੇ ਕਿ ਜਿਹੜਾ ਖਾਲਸਾ ਉਹਨੂੰ ਭੋਗਾਂ ਦੀ ਇੱਛਾ ਨਹੀਂ ਹੁੰਦੀ। ਤੁਸੀਂ ਮਿੱਠਾ ਖਾ ਲਓ ਨਾ, ਮਿੱਠਾ ਖਾਣ ਤੋਂ ਬਾਅਦ ਕਹੋ ਵੀ ਹੋਰ ਮਿੱਠਾ ਖਾਈ ਜਾਓ, ਆਖਰਕਾਰ ਮੂੰਹ ਅੱਕ ਜਾਂਦਾ, ਮਿੱਠੇ ਤੋਂ ਮਨ ਅੱਕ ਜਾਂਦਾ। ਕਿੰਨਾ ਕੁ ਖਾ ਲੇਗਾ? ਕੋਈ ਬਹੁਤ ਜ਼ਿਆਦਾ ਮਿੱਠੇ ਦਾ ਸ਼ੌਕੀਨ ਹੋਵੇ, ਅੱਧਾ ਕਿਲੋ ਖਾ ਲੇਗਾ, ਉਹਨੂੰ ਕੋਈ ਹੋਰ ਖਾ ਲੈ, ਪਰ ਉਹ ਮਿੱਠੇ ਤੋਂ ਬਾਅਦ ਉਹਦਾ ਮਨ ਇੱਕ ਵਾਰੀ ਪੂਰਾ ਉਪਰਾਮ ਹੋ ਜਾਂਦਾ ਵੀ ਬਸ ਹੁਣ ਨਹੀਂ, ਬਹੁਤ ਮਿੱਠਾ ਖਾ ਲਿਆ, ਹੁਣ ਹੋਰ ਨਹੀਂ ਖਾਧਾ ਜਾਂਦਾ। ਇਦਾਂ ਹੀ ਹੁੰਦਾ ਨਾ। ਕਹਿੰਦੇ ਜਿਹੜੀ ਖੰਡੇ ਦੀ ਪੌਲ ਦੇ ਵਿੱਚ ਮਿਸ਼ਟਾਨ ਹੈ ਨਾ, ਪਤਾਸੇ, ਇਹ ਖਾਲਸੇ ਦੇ ਵਿੱਚ ਭੋਗਾਂ ਦੀ ਚਾਹਨਾ ਤੋਂ ਰਹਿਤ ਹੋਣ ਦੀ ਅਵਸਥਾ ਹੈ। ਵੀ ਜਿਹੜਾ ਖਾਲਸਾ ਹੈ ਉਹ ਭੋਗਾਂ ਦੀ ਇੱਛਾ ਨਹੀਂ ਰੱਖਦਾ, ਉਹ ਭੋਗ ਵਿੱਚ ਰਹਿੰਦਾ ਹੋਇਆ ਵੀ ਯੋਗ ਦੀ ਪਾਲਣਾ ਕਰਦਾ ਹੈ। ਜਿਹੜਾ ਖਾਲਸਾ ਭੋਗ 'ਚ ਰਹਿੰਦਿਆਂ ਹੋਇਆ ਵੀ, ਯਾਨੀ ਕਿ ਭੋਗ ਦਾ ਮਤਲਬ ਸੰਸਾਰ ਦੇ ਪਦਾਰਥ, ਉਹਨਾਂ 'ਚ ਵਿਚਰਦਿਆਂ ਹੋਇਆ ਵੀ ਯੋਗ ਦੀ ਪਾਲਣਾ ਕਰਦਾ, ਯਾਨੀ ਕਿ ਗੁਰੂ ਚਰਨਾਂ ਨਾਲ ਜੁੜ ਕੇ ਰਹਿੰਦਾ। ਜਿਹੜਾ ਪਾਇਆ ਹੋਇਆ ਮਿਸ਼ਟਾਨ ਹੈ ਇਸ ਖੰਡੇ ਦੀ ਪੌਲ ਵਿੱਚ, ਐ ਗੁਰਸਿੱਖੋ, ਇਹ ਗੁਰੂ ਖਾਲਸੇ ਨੂੰ ਭੋਗਾਂ ਦੀ ਚਾਹਨਾ ਤੋਂ ਰਹਿਤ ਕਰਦਾ ਹੈ। ਜਿਵੇਂ ਮਿੱਠਾ ਖਾਣ ਤੋਂ ਬਾਅਦ ਕੁਝ ਹੋਰ ਮਿੱਠਾ ਖਾਣ ਦੀ ਕਾਂਖਾ ਨਹੀਂ ਰਹਿ ਜਾਂਦੀ, ਇਸੇ ਤਰ੍ਹਾਂ ਖਾਲਸੇ ਨੂੰ ਭੋਗ ਦੀ ਇੱਛਾ ਨਹੀਂ ਰਹਿ ਜਾਂਦੀ। ਹੋਏ ਸ਼ਸਤਰ ਤੇ ਤੇਜ ਕਰਾਲਾ। ਔਰ ਇਹਦੇ ਵਿੱਚ ਜਿਹੜਾ ਖੰਡਾ ਫੇਰਿਆ, ਪਾਤਸ਼ਾਹ ਕਹਿੰਦੇ ਉਹ ਖੰਡਾ ਮੇਰੇ ਖਾਲਸੇ ਪੰਥ ਦੇ ਵਿੱਚ ਸ਼ਸਤਰਾਂ ਦਾ ਤੇਜ ਕਰਕੇ ਵਰਤ ਰਿਹਾ ਹੈ। ਸ਼ਸਤਰ ਦਾ ਜਿਹੜਾ ਤੇਜ ਹੁੰਦਾ, ਸ਼ਸਤਰ ਦਾ ਜਿਹੜਾ ਜਲਾਲ ਹੁੰਦਾ, ਸ਼ਸਤਰ ਦਾ ਜਿਹੜਾ ਪ੍ਰਤਾਪ ਹੁੰਦਾ, ਕਹਿੰਦੇ ਉਹ ਮੇਰੇ ਖਾਲਸੇ ਦੇ ਵਿੱਚ ਖੰਡੇ ਦੇ ਰੂਪ ਦੇ ਵਿੱਚ ਵਰਤ ਰਿਹਾ ਹੈ। ਬਨੇ ਜੁਦ ਮੈਂ ਜੋਧ ਵਿਸਾਲਾ। ਜਿਹੜਾ ਖੰਡਾ ਫੇਰਿਆ ਗਿਆ ਇਸ ਪੌਲ ਵਿੱਚ, ਉਹਦੇ ਕਾਰਨ ਕਰਕੇ ਮੇਰਾ ਖਾਲਸਾ ਸ਼ਸਤਰ ਧਾਰੀ ਹੋ ਕੇ ਜੰਗ ਦੇ ਮੈਦਾਨ 'ਚ ਸੂਰਮਾ ਬਣ ਕੇ ਲੜਨ ਵਿੱਚ ਯੋਧਾ ਹੋਵੇਗਾ। ਖੰਡਾ ਮੇਰੇ ਖਾਲਸੇ ਦੇ ਅੰਦਰ ਜੰਗ ਦੇ ਮੈਦਾਨ 'ਚ ਰਣ ਭੂਮੀ ਵਿੱਚ ਲੜਨ ਦੀ ਇੱਛਾ ਪੈਦਾ ਕਰਦਾ ਹੈ, ਜੰਗ ਦੇ ਮੈਦਾਨ 'ਚ ਯੁੱਧ ਲੜਨ ਦੀ ਇੱਛਾ ਪੈਦਾ ਕਰਦਾ ਹੈ, ਯੋਧਾ ਬਣਾਉਂਦਾ ਹੈ। ਪੂਰਬ ਪਾਹੁਲ ਚਰਨਨ ਕੇਰੀ। ਪਾਤਸ਼ਾਹ ਕਹਿੰਦੇ ਖੰਡੇ ਦੀ ਪੌਲ ਤੋਂ ਪਹਿਲਾਂ ਗੁਰੂ ਘਰ ਵਿੱਚ ਚਰਨ ਪੌਲ ਦੀ ਮਰਿਆਦਾ ਸੀ। ਹੋਏ ਸੇਵਾ ਕੀ ਪ੍ਰੀਤ ਬਡੇਰੀ। ਚਰਨ ਪੌਲ ਦੀ ਜਿਹੜੀ ਮਰਿਆਦਾ ਸੀ ਉਹ ਗ੍ਰਹਿਣ ਕਰਕੇ ਸੇਵਾ ਭਾਵ ਰੱਖਣਾ, ਨਿਮਰਤਾ ਹਲੀਮੀ ਵਿੱਚ ਚੱਲ ਕੇ ਰਹਿਣਾ, ਏਦਾਂ ਦੀਆਂ ਬਿਰਤੀਆਂ ਸਨ ਨਾਲ ਜੁੜੀਆਂ ਹੋਈਆਂ। ਅਬ ਗੁਰ ਇੱਛਾ ਰਣ ਰਿਪ ਖਾਪ। ਪਰ ਹੁਣ ਦਾਸਾ ਭਾਵ ਨਹੀਂ, ਹੁਣ ਤਾਂ ਖਾਲਸੇ ਨੂੰ ਰਾਜ ਕਰਨ ਦਾ ਸੰਕਲਪ ਦਿੱਤਾ, ਇਸ ਕਰਕੇ ਖੰਡੇ ਦੀ ਪੌਲ ਛਕਾਈ ਹੈ ਕਿ ਭਾਈ ਦਾਸਾ ਭਾਵ ਹਿਰਦੇ 'ਚ ਰੱਖਣਾ, ਪਰ ਨਾਲ ਰਾਜ ਕਰਨ ਦਾ ਸੰਕਲਪ ਵੀ ਰੱਖਣਾ। ਜੰਗ ਦੇ ਮੈਦਾਨ 'ਚ ਲੜਨ ਤੇ ਜੂਝਣ ਦੀ ਜਿਹੜੀ ਬਿਰਤੀ ਹੈ ਉਹ ਅਸੀਂ ਖੰਡੇ ਦੀ ਪੌਲ ਨਾਲ ਆਪਣੇ ਖਾਲਸੇ ਨੂੰ ਬਖਸ਼ੀ ਹੈ। ਖੰਡਾ ਧਾਰ ਸੁਪਾਹੁਲ ਛਾਪ। ਕਹਿੰਦੇ ਭਾਈ ਉਹ ਜਿਹੜੀ ਹੁਣ ਖੰਡਾ ਵਿੱਚ ਫਿਰਨ ਕਰਕੇ ਇਸ ਪੌਲ ਦੀ ਜਿਹੜੀ ਛਾਪ ਬਣ ਗਈ, ਉਹ ਬਣ ਗਈ ਖੰਡੇ ਦੀ ਪੌਲ। ਪਹਿਲਾਂ ਗੁਰੂ ਸਾਹਿਬ ਦੇ ਚਰਨ ਧੋਏ ਜਾਂ ਅੰਗੂਠਾ ਧੋ ਕੇ ਨਾ ਮਹਾਰਾਜ ਜੀ ਦਾ ਉਹ ਜਲ ਛਕਾਇਆ ਜਾਂਦਾ ਸੀ, ਉਹਨੂੰ ਕਿਹਾ ਜਾਂਦਾ ਸੀ ਚਰਨ ਪੌਲ। ਇਹਦੇ ਵਿੱਚ ਹੁਣ ਖੰਡਾ ਫਿਰਦਾ ਤੇ ਖੰਡੇ ਦੀ ਛਾਪ ਲੱਗ ਕੇ ਬਣ ਗਈ ਖੰਡੇ ਦੀ ਪੌਲ। ਇਹ ਖੰਡੇ ਦੀ ਪੌਲ ਬਣ ਕੇ ਜਗਤ ਪ੍ਰਸਿੱਧ ਹੋਈ। ਆਦ ਸ਼ਕਤ ਕੋ ਧਰਬੋ ਧਿਆਨ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਜੋ ਅਕਾਲ ਪੁਰਖ ਵਿੱਚ ਹੀ ਵਿਦਵਾਨ ਹੈ, ਉਸ ਦਾ ਧਿਆਨ ਧਾਰਨ ਕਰਨਾ। ਸਵਈਏ ਦਸੋਂ ਪ੍ਰੇਮ ਨਿਰਬਾਨ। ਫਿਰ ਇਹਦੇ ਤੇ ਬਾਣੀ ਪੜ੍ਹਨੀ ਨਾਲ ਖੰਡਾ, ਬਾਟਾ, ਪਤਾਸੇ, ਜਲ ਦਾ ਵਰਣਨ ਕਰਕੇ ਕਹਿੰਦੇ ਨਾਲ ਖੰਡਾ ਫੇਰਦਿਆਂ ਗੁਰਬਾਣੀ ਪੜ੍ਹਨੀ, 10 ਸਵਈਏ ਪੜ੍ਹਨੇ, ਜਪਜੀ ਸਾਹਿਬ, ਜਾਪ ਸਾਹਿਬ, ਆਨੰਦ ਸਾਹਿਬ, ਚੌਪਈ ਪੜ੍ਹਨੀ। ਪਠ ਆਨੰਦ ਜੀ ਸ਼ਾਂਤ ਸੁਚੇਤ। ਕਹਿੰਦੇ ਸ਼ਾਂਤ ਸੁਚੇਤ ਹੋ ਕੇ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ, ਵੀਰ ਆਸਣ ਤੇ ਬਹਿ ਕੇ
ਨਾਲ ਖੰਡੇ ਨੂੰ ਫੇਰਨਾ। ਜਪ ਜੀ ਪੜੋ ਸੋ ਮੁਕਤੀ ਹੇਤ। ਕਹਿੰਦੇ ਭਾਈ ਜਿਹੜੀ ਬਾਣੀ ਜਪਜੀ ਪੜੀ ਜਾਂਦੀ ਆ ਸਮਝ ਲਓ ਮੁਕਤੀ ਦਾ ਹੇਤ ਹੈ। ਹੋਏ ਪਾਹੁਲ ਤੇ ਚਾਰ ਪਦਾਰਥ। ਭਾਈ ਖੰਡੇ ਦੀ ਪੌਲ ਨਾਲ ਚਾਰੇ ਦੇ ਚਾਰੇ ਪਦਾਰਥ ਆ ਜਾਂਦੇ ਹਨ। ਨਰ ਤਨ ਸਿੱਖ ਕੋ ਬਨੇ ਸਕਾਰਥ। ਜਿਹੜਾ ਮਾਈ ਭਾਈ ਖੰਡੇ ਦੀ ਪੌਲ ਛਕਦਾ ਉਹਦਾ ਮਨੁੱਖੀ ਜਨਮ ਸਫਲ ਹੋ ਜਾਂਦਾ। ਬਾਜਾਂ ਵਾਲੇ ਪ੍ਰੀਤਮ ਕਹਿੰਦੇ, ਕਲਗੀਧਰ ਜੀ ਕਹਿੰਦੇ ਚਾਰੇ ਪਦਾਰਥ ਮਿਲ ਜਾਂਦੇ ਆ ਖੰਡੇ ਦੀ ਪੌਲ ਨਾਲ। ਤੇ ਜਿਹੜਾ ਕੋਈ ਮਾਈ ਭਾਈ ਖੰਡੇ ਦੀ ਪੌਲ ਛਕਦਾ ਉਹਦਾ ਇਹ ਮਨੁੱਖੀ ਜਾਮਾ ਸਫਲ ਤੇ ਸਕਾਰਥਾ ਹੋ ਜਾਂਦਾ। ਪੀਵਹੁ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ, ਉਹਦਾ ਜਨਮ ਸਕਾਰਥਾ ਹੋ ਜਾਂਦਾ। ਵੱਡ ਭਾਗੀ ਕੋ ਪ੍ਰਾਪਤ ਹੋਏ। ਇਹ ਖੰਡੇ ਦੀ ਪੌਲ ਗੁਰਮਖੋ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦੀ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਵਿਰਲਿਆਂ ਨੂੰ, ਵੱਡੇ ਭਾਗਾਂ ਵਾਲਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਲੇ ਕਰ ਫਿਰੇ ਨਾ ਅਗ ਸਮ ਕੋਏ। ਜਿਹੜਾ ਖੰਡੇ ਦੀ ਪੌਲ ਲੈ ਕੇ ਮੁੜ ਕੇ ਫਿਰ ਜਾਏ, ਫਿਰ ਜੇ ਦਾ ਮਤਲਬ ਬੇਮੁਖ ਹੋ ਜੇ। ਪਹਿਲਾਂ ਪੌਲ ਛਕ ਲਈ, ਮੁੜ ਕੇ ਲਾ ਦਿੱਤੀ ਕਿਰਪਾਨ, ਕਕਾਰ ਤਿਆਗ ਦਿੱਤੇ। ਕਹਿੰਦੇ ਉਹਦੇ ਵਰਗਾ ਇਹ ਸੰਸਾਰ ਵਿੱਚ ਵੱਡਾ ਪਾਪੀ ਕੋਈ ਨਹੀਂ। ਸਭ ਤੋਂ ਵੱਡਾ ਅਗੀ ਪਾਪੀ ਉਹ ਬੰਦਾ ਹੈ ਜਿਹੜਾ ਪੌਲ ਛਕ ਕੇ ਫਿਰ ਬੇਮੁਖ ਹੋ ਜਾਏ। ਆ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਆਪਣੇ ਮਹੀਨੇ 'ਚ 2 ਵਾਰ ਅੰਮ੍ਰਿਤ ਸੰਚਾਰ ਹੁੰਦਾ ਹੈ। ਮੱਸਿਆ ਵਾਲੇ ਦਿਨ ਔਰ ਪੂਰਨਮਾਸ਼ੀ ਵਾਲੇ ਦਿਨ 2 ਦਿਨ ਰੱਖੇ ਹੋਏ ਨੇ। ਸਵੇਰੇ 10 ਵਜੇ ਇੱਥੇ ਵੇਖ ਲਈਏ ਜਿੱਥੇ ਵੀ ਅੰਮ੍ਰਿਤ ਸੰਚਾਰ ਹੁੰਦਾ, ਜੇ ਮੰਨ ਲਓ 100 ਬੰਦਾ ਅੰਮ੍ਰਿਤ ਛਕਣ ਆਉਂਦਾ ਤੇ 100 ਵਿੱਚੋਂ ਤਕਰੀਬਨ 70-80 ਬੰਦੇ ਦੁਬਾਰਾ ਛਕਣ ਵਾਲੇ ਹੁੰਦੇ ਆ। ਚਲੋ ਆ ਗਏ ਦੁਬਾਰਾ, ਠੀਕ ਹੈ। ਕਈਆਂ ਦੀ ਕੋਈ ਬਹੁਤ ਵੱਡੀ ਕੁਰੈਤ ਨਹੀਂ ਹੁੰਦੀ, ਉਦਾਂ ਹੀ ਜਾਂ ਏਦਾਂ ਜੀ ਸਾਡੇ ਗਾਤਰੇ ਚੋਂ ਕਿਰਪਾਨ ਡਿੱਗ ਗਈ ਸੀ ਤਾਂ ਅੰਮ੍ਰਿਤ ਛਕਣ ਆ ਗਏ ਦੁਬਾਰਾ। ਉਹ ਜੇ ਇਦਾਂ ਦੀ ਕਿਰਿਆ ਹੋ ਜਾਏ ਕੋਈ ਉਹ ਅੰਮ੍ਰਿਤ ਭੰਗ ਨਹੀਂ ਹੋ ਜਾਂਦਾ ਇਦਾਂ, ਜਦੋਂ ਤੱਕ 4 ਬੱਜਰ ਕੁਰੈਤਾਂ ਨਹੀਂ ਹੁੰਦੀਆਂ। ਜਾਂ ਫਿਰ ਕਿਰਪਾਨ ਲਾ ਕੇ ਛੱਡ ਹੀ ਦਿੱਤੀ ਵੀ ਪਹਿਲਾਂ ਛਕਿਆ ਸੀ, ਮੁੜ ਕੇ 5-7 ਸਾਲ ਨਿਕਲ ਗਏ, ਫਿਰ ਦੁਬਾਰਾ ਅੰਮ੍ਰਿਤ ਛਕਣ ਆਏ। ਆ ਗਏ ਗੁਰੂ ਘਰ ਦੇ ਵਿੱਚ, ਉਹਨਾਂ ਨੂੰ ਜੀਵ ਆਇਆ। ਪਰ ਜਿਹੜੇ ਇੱਕ ਵਾਰੀ ਅਗੀ ਹੋ ਗਏ, ਮੁੜ ਕੇ ਆਏ ਨਹੀਂ ਗੁਰੂ ਸ਼ਰਨ 'ਚ। ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਨੂੰ ਭੰਗ ਕਰਨ ਲਈ ਕਿਵੇਂ ਭੰਗ ਕੀਤਾ? ਬੱਜਰ ਕੁਰੈਤੀਏ ਹੋ ਗਏ। 4 ਪ੍ਰਕਾਰ ਦੀਆਂ ਬੱਜਰ ਕੁਰੈਤਾਂ ਹੁੰਦੀਆਂ। ਗੁਰੂ ਤੋਂ ਬੇਮੁਖ ਹੋ ਗਏ, ਕੇਸ ਕਟਾ ਦਿੱਤੇ, ਪਹਿਲਾਂ ਅੰਮ੍ਰਿਤਧਾਰੀ ਸੀ। ਉਸ ਬੰਦੇ ਜਿਹਾ ਸੰਸਾਰ ਦੇ ਵਿੱਚ ਕੋਈ ਦੂਜਾ ਪਾਪੀ ਨਹੀਂ। ਸਭ ਤੋਂ ਵੱਡਾ ਪਾਪੀ ਉਹ ਮਨੁੱਖ ਹੈ। ਕਲਗੀਧਰ ਸਵਾਮੀ ਕਹਿ ਰਹੇ ਨੇ, ਮੈਂ ਨਹੀਂ ਕਹਿੰਦਾ। ਸਭ ਤੋਂ ਵੱਡਾ ਕੀ ਉਹ ਹੈ, ਸਭ ਤੋਂ ਵੱਡਾ ਮਹਾਪਾਪੀ ਆ ਉਹ ਮਨੁੱਖ। ਗੁਜਰੀ ਮਾਤ ਪੁੱਛੇ ਇੱਕ ਬਾਰੀ। ਕਲਗੀਧਰ ਜੀ ਕਹਿੰਦੇ ਖਾਲਸਾ ਜੀ, ਜੋ ਅਸੀਂ ਇਹ ਤੁਹਾਨੂੰ ਬਚਨ ਦੱਸ ਰਹੇ ਆ ਨਾ, ਇਹ ਸਵਾਲ ਜੋ ਤੁਸੀਂ ਸਾਡੇ ਕੋਲੋਂ ਕੀਤਾ ਹੈ, ਇਹ ਸਾਡੇ ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਵੀ ਸਾਨੂੰ ਪੁੱਛਿਆ ਸੀ। ਤਬ ਹਮਨੇ ਵਿਦ ਸਕਲ ਉਚਾਰੀ। ਉਸ ਵਕਤ ਮਾਤਾ ਜੀ ਨੂੰ ਅਸੀਂ ਇਹ ਸਾਰੀ ਵਿਦ ਸੁਣਾਈ ਸੀ। ਸੁਨ ਸਿੱਖਨ ਕਰ ਜੋਰ ਬਖਾਨੀ। ਸੁਣ ਕੇ ਫਿਰ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ। ਅਪਰ ਭੇਦ ਪਨੀਐ ਗੁਣ ਖਾਨੀ। ਮਹਾਰਾਜ ਇਸ ਪਾਹੁਲ ਦਾ ਹੋਰ ਭੇਦ ਵੀ ਕਿਰਪਾ ਕਰਕੇ, ਹੋਰ ਮਹਿਮਾ ਸਾਨੂੰ ਦੱਸੋ। ਪਾਹੁਲ ਵਿਖੇ ਸ਼ਕਤ ਹੈ ਗੁਰ ਕੀ। ਮਹਾਰਾਜ ਇਸ ਪਾਹੁਲ ਵਿੱਚ ਗੁਰੂ ਦੀ ਸ਼ਕਤੀ ਹੈ। ਕੈ ਜਗ ਮਾਤ ਚੰਡਕਾ ਧੁਰ ਕੀ। ਜਾਂ ਫਿਰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਆਦ ਸ਼ਕਤੀ ਹੈ ਉਹਦਾ ਇਹਦੇ ਵਿੱਚ ਪ੍ਰਤਾਪ ਹੈ। ਮਹਾਰਾਜ ਇਹਦੇ ਵਿੱਚ ਗੁਰੂ ਦੀ ਸ਼ਕਤੀ ਹੈ ਜਾਂ ਆਦ ਸ਼ਕਤੀ, ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਸ਼ਕਤੀ ਹੈ ਉਹਦਾ ਪ੍ਰਤਾਪ ਹੈ। ਸੁਨ ਸ਼੍ਰੀ ਮੁਖ ਤੇ ਸਤਿਗੁਰ ਭਨੇ। ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਰਨ ਪ੍ਰਸਾਦ ਖੁਸ਼ੀ ਹੀ ਬਨੇ। ਮਹਾਰਾਜ ਜੀ ਕਹਿੰਦੇ ਸਿੱਖੋ ਬਸ ਤੁਸੀਂ ਇਹ ਸਮਝ ਲਓ ਵੀ ਕਿਰਪਾ ਹੀ ਹੈ। ਇਹ ਸਵਾਲ ਗੋਝ ਨੇ, ਇਹ ਸਵਾਲ ਕਰਨ ਦੀ ਇਹ ਸਵਾਲ ਨਹੀਂ ਹੈ। ਭਲਾ ਗੁਰੂ ਦੀ ਸ਼ਕਤੀ ਗੁਰੂ ਤੋਂ ਵੱਖਰੀ ਹੁੰਦੀ ਹੈ? ਪਰਮੇਸ਼ਰ ਦੀ ਸ਼ਕਤੀ ਪਰਮੇਸ਼ਰ ਤੋਂ ਵੱਖਰੀ ਤਾਂ ਨਹੀਂ ਹੁੰਦੀ।
ਇਸ ਕਰਕੇ ਇਹ ਪੁੱਛਣਾ ਵੀ ਇਹਦੇ ਵਿੱਚ ਗੁਰੂ ਦੀ ਸ਼ਕਤੀ ਹੈ ਕਿ ਪਰਮੇਸ਼ਰ ਦੀ ਸ਼ਕਤੀ। ਗੁਰੂ ਪਰਮੇਸ਼ਰ ਦਾ ਦੋਵੇਂ ਹੀ ਇੱਕ ਨੇ। ਇਸ ਕਰਕੇ ਇਹ ਸਮਝ ਲਓ ਵੀ ਇਹ ਪ੍ਰਸ਼ਾਦ ਹੀ ਹੈ, ਗੁਰੂ ਦੀ ਕਿਰਪਾ ਹੈ। ਗੋਜ ਬਾਰਤਾ ਬਨੇ ਨ ਕਹਿਨੀ। ਇਹ ਗੋਜ ਵਾਰਤਾ ਹੈ, ਇਹ ਕਹਿਣੀ ਨਹੀਂ ਬਣਦੀ। ਭਲੀ ਹੋਤ ਐ ਛਪੀ ਸੁਰੈਨੀ। ਇਹ ਭਲਾ ਇਹਦੇ ਵਿੱਚ ਹੀ ਹੈ ਵੀ ਇਹ ਭੇਦ ਗੁਪਤ ਹੀ ਰਹੇ। ਤਉ ਸਿੱਖ ਸ਼ਰਧਾਲੂ ਆਏ। ਪਰ ਫਿਰ ਵੀ ਤੁਸੀਂ ਸ਼ਰਧਾਲੂ ਸਿੱਖ ਹੋ, ਪ੍ਰੇਮ ਨਾਲ ਪੁੱਛ ਰਹੇ ਹੋ। ਸਤਿਗੁਰ ਕੋ ਬੂਝੈ ਜਿਸ ਪਾਏ। ਤੁਸੀਂ ਸਾਰੇ ਸਤਿਗੁਰਾਂ ਦੇ ਘਰ ਦੀ ਪੂਜਾ ਕਰਦੇ ਹੋ ਪ੍ਰੇਮ ਭਾਵਨਾ ਨਾਲ। ਇਸ ਕੋ ਕਹਿਨ ਸਦਾ ਬਨ ਆਵੇ। ਕਰਕੇ ਤੁਹਾਡੀ ਭਾਵਨਾ ਕਰਕੇ ਤੁਹਾਨੂੰ ਦੱਸਣਾ ਬਣਦਾ ਹੈ। ਜੋ ਸਿੱਖ ਸਤਿਗੁਰ ਕੇ ਮਨ ਭਾਵੇ। ਕਿ ਜਿਹੜੇ ਸਿੱਖ ਸਤਿਗੁਰੂ ਜੀ ਦੇ ਮਨਾਂ ਨੂੰ ਭਾਉਂਦੇ ਨੇ ਉਹਨਾਂ ਨੂੰ ਗੋਜ ਵਾਰਤਾ ਸਤਿਗੁਰੂ ਜੀ ਸਮਝਾਉਂਦੇ ਹਨ। ਸੰਗਤ ਸੁਨੋ ਸਿੱਖ ਮਮ ਅਹੋ। ਇਹ ਮੇਰੀ ਸੰਗਤ ਜੀਓ, ਗੁਰ ਸਿੱਖੋ ਪਿਆਰਿਓ ਸੁਣੋ। ਗੁਰ ਘਰ ਵਿਖੇ ਏਕਤਾ ਲਹੋ। ਇਹ ਸਮਝ ਲਓ ਵੀ ਪਰਮਾਤਮਾ ਦੀ ਸ਼ਕਤੀ ਤੇ ਗੁਰੂ ਦੀ ਸ਼ਕਤੀ ਵਿੱਚ ਕੋਈ ਭੇਦ ਨਹੀਂ, ਇੱਕ ਮੇਕੀ ਹੈ। ਇਹ ਸਮਝ ਲਓ ਤੁਸੀਂ ਕਿ ਪਰਮਾਤਮਾ ਦੀ ਨਿਰੰਕਾਰ ਦੀ ਸ਼ਕਤੀ ਵਿੱਚ ਔਰ ਗੁਰੂ ਦੀ ਸ਼ਕਤੀ ਵਿੱਚ ਏਕਤਾ ਹੀ ਹੈ, ਇੱਕ ਮਿਕਤਾ ਹੀ ਹੈ, ਫਰਕ ਕੋਈ ਨਹੀਂ। ਭੂਲ ਭੇਦ ਕੋ ਪਰਮ ਨ ਕੀਜੈ। ਭੁੱਲ ਕੇ ਵੀ ਕਦੇ ਭੇਦਵਾਦੀ ਬਿਰਤੀ ਨਹੀਂ ਰੱਖਣੀ ਤੇ ਭਰਮ ਨਹੀਂ ਰੱਖਣਾ ਕਿ ਇਸ ਪੌਲ ਦੇ ਵਿੱਚ ਗੁਰੂ ਦੀ ਸ਼ਕਤੀ ਹੈ ਜਾਂ ਪਰਮੇਸ਼ਰ ਦੀ ਆਦ ਸ਼ਕਤੀ ਹੈ। ਕਹਿੰਦੇ ਭੇਦ ਹੀ ਕੋਈ ਨਹੀਂ, ਭੇਦ ਤਾਂ ਸਮਝਣਾ ਹੀ ਨਹੀਂ। ਗੁਰੂ ਦੀ ਸ਼ਕਤੀ ਤੇ ਪਰਮੇਸ਼ਰ ਦੀ ਆਦ ਸ਼ਕਤੀ 'ਚ ਕੋਈ ਭੇਦ ਨਹੀਂ ਜਾਣਨਾ, ਨਾ ਹੀ ਕਦੇ ਮੁੜ ਕੇ ਇਸ ਤਰ੍ਹਾਂ ਦਾ ਭਰਮ ਕਰਨਾ। ਕਬੂ ਨਾ ਇਸ ਪਰ ਤਰਕ ਕਰੀਜੈ। ਇਹਦੇ ਤੇ ਕਦੇ ਵੀ ਤਰਕ ਨਹੀਂ ਕਰਨਾ ਕਿ ਗੁਰੂ ਦੀ ਸ਼ਕਤੀ ਤੇ ਪਰਮੇਸ਼ਰ ਦੀ ਆਦ ਸ਼ਕਤੀ 'ਚ ਕੋਈ ਭੇਦ ਹੈ। ਕੋਈ ਭੇਦ ਨਹੀਂ। ਗੁਰ ਪਰਮੇਸ਼ਰ ਏਕੋ ਜਾਨ, ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਏਦਾਂ ਦਾ ਤਰਕ ਕਦੇ ਵੀ ਸਿੱਖ ਨੇ ਆਪਣੇ ਮਨ ਵਿੱਚ ਨਹੀਂ ਕਰਨਾ। ਪ੍ਰਥਮ ਤਰਿਓ ਜਬ ਹਮੇ ਅਵਤਾਰ। ਪਾਤਸ਼ਾਹ ਕਹਿੰਦੇ ਅਸੀਂ ਆਪਣੇ ਪੂਰਵਲੇ ਜਨਮ ਦੀ ਕੁਝ ਵਾਰਤਾ ਸਿੱਖੋ ਤੁਹਾਨੂੰ ਸਰਵਣ ਕਰਾਉਂਦੇ ਹਾਂ। ਜਦੋਂ ਅਸੀਂ ਪਹਿਲਾ ਅਵਤਾਰ ਧਾਰਨ ਕੀਤਾ, ਕਰਿਓ ਮਨੋਰਥ ਤਪਨ ਉਦਾਰ। ਉਦੋਂ ਅਸੀਂ ਭਾਰੀ ਤਪੱਸਿਆ ਕਰਨ ਦਾ ਮਨੋਰਥ ਕੀਤਾ। ਬਿੰਦਿਆ ਚਲ ਕਾਨਨ ਮੈਂ ਰਹੇ। ਔਰ ਹੇਮਕੁੰਡ ਸਾਹਿਬ ਆਦਿਕ ਜਿਹੜੇ ਪਰਬਤ ਨੇ ਉੱਥੇ ਜਾ ਕੇ ਅਸੀਂ ਭਾਰੀ ਤਪੱਸਿਆ ਕੀਤੀ। ਸੁਨੋ ਕਥਾ ਜਿਸ ਬਿਦ ਤਪਸਏ। ਇਸ ਤਰ੍ਹਾਂ ਅਸੀਂ ਪੈਦਾ ਹੋਏ, ਪੂਰਵਲਾ ਜਨਮ ਸਾਡਾ ਹੋਇਆ ਔਰ ਕੈਸੇ ਤਪ ਕੀਤਾ ਉਹ ਅਸੀਂ ਹੁਣ ਆਪ ਜੀ ਨੂੰ ਸੁਣਾਉਂਦੇ ਹਾਂ।